ਗੁਰੂ ਨਾਨਕ ਸਾਹਿਬ ਮਹਾਰਾਜ ਪੱਛਮ ਵਾਲੇ ਪਾਸੇ ਨੂੰ ਇਸਲਾਮ ਧਰਮ ਦੇ ਕੇਂਦਰੀ ਸਥਾਨ ਮੱਕੇ ਦੀ ਧਰਤੀ ਤੇ ਜਾਂਦੇ, ਨਾਲ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਮਹਾਰਾਜ, ਭਾਈ ਮਰਦਾਨਾ ਜੀ ਮੱਕੇ ਦੀ ਧਰਤੀ ਦੇ ਉੱਪਰ ਜਾ ਕੇ ਇਸਲਾਮ ਧਰਮ ਦਾ ਜੋ ਕੇਂਦਰੀ ਸਥਾਨ ਹੈ, ਜਿੱਥੇ ਇਸਲਾਮ ਵਾਲੇ ਲੋਕ ਮੰਨਦੇ ਹੈ ਕਿ ਕੇਵਲ ਤੇ ਕੇਵਲ ਰੱਬ ਜਿਹੜਾ ਹੈ ਉਹ ਮੱਕੇ 'ਚ ਰਹਿੰਦਾ ਹੈ। ਮੱਕਾ ਉਸ ਸ਼ਹਿਰ ਦਾ ਨਾਮ ਹੈ, ਕਾਬਾ ਉਸ ਪਵਿੱਤਰ ਮੰਦਰ ਦਾ ਨਾਮ ਹੈ, ਜਿੱਥੇ ਜਾ ਕੇ ਇਸਲਾਮ ਧਰਮ ਦੇ ਲੋਕ, ਹਜ ਕਰਨ ਵਾਲੇ ਲੋਕ ਜਾ ਕੇ ਨਮਸਕਾਰ ਕਰਦੇ ਹੈ। ਉਸ ਕਾਬੇ ਦੇ ਅੰਦਰ, ਉਸ ਧਰਮ ਮੰਦਰ ਦੇ ਅੰਦਰ ਇੱਕ ਪੱਥਰ ਲੱਗਾ ਹੋਇਆ ਜੋ ਕਾਲੇ ਰੰਗ ਦਾ, ਜਿਹਨੂੰ ਸੰਗੇ ਅਸਵਦ ਕਿਹਾ ਜਾਂਦਾ ਹੈ। ਉਹਨੂੰ ਹਾਜ਼ੀ ਲੋਕ ਜਾ ਕੇ ਉਹਦੀਆਂ ਪਰਿਕਰਮਾ ਕਰਦੇ ਹੈ ਤੇ ਉਹਨੂੰ ਚੁੰਮਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਵੀ ਗਏ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼ ਕੂੰਜਾਂ ਬਾਂਗ ਮੁਸੱਲਾ ਧਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗਏ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਾ ਸੁੱਤਾ ਬਾਬਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ। ਜਦੋਂ ਰਾਤ ਦੇ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਆਰਾਮ ਕਰਦੇ ਹੈ ਤੇ ਉਹ ਕਾਬੇ ਵਾਲੇ ਪਾਸੇ ਨੂੰ ਆਪਣੇ ਮੁਬਾਰਕ ਚਰਨ ਕਰਦੇ ਹੈ। ਇਸਲਾਮ ਧਰਮ ਦਾ ਕੋਈ ਵੀ ਬੰਦਾ ਜਿੱਧਰ ਨੂੰ ਉਹਨੂੰ ਕਾਬਾ ਪੈਂਦਾ ਹੈ ਉਸ ਪਾਸੇ ਨੂੰ ਨਾ ਉਹ ਥੁੱਕਦਾ ਹੈ, ਨਾ ਕੋਈ ਕਿਰਿਆ ਕਰਮ ਕਰਦਾ ਹੈ, ਨਾ ਉੱਧਰ ਨੂੰ ਪੈਰ ਕਰਦਾ ਹੈ। ਉਹਦਾ ਮੰਨਣਾ ਹੈ ਕਿ ਕੇਵਲ ਰੱਬ ਉੱਥੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਕੀਤੇ। ਸਤਿਗੁਰੂ ਉਹਨਾਂ ਦੀ ਕੋਈ ਤੋਹੀਨ ਨਹੀਂ ਸੀ ਕਰਨਾ ਚਾਹੁੰਦੇ, ਬਲਕਿ ਮਹਾਰਾਜ ਉਹਨਾਂ ਨੂੰ ਦਰਸਾਉਣਾ ਚਾਹੁੰਦੇ ਸਨ ਕਿ ਪਰਮਾਤਮਾ ਕੋਈ ਇੱਕ ਦਿਸ਼ਾ, ਕੋਈ ਇੱਕ ਸਥਾਨ ਦੇ ਉੱਪਰ ਨਹੀਂ, ਉਹ ਸਾਰੇ ਪਾਸੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਜੀਵਨ ਕਾਜੀ ਜਿਹੜਾ ਝਾੜੂ ਦੇਣ ਵਾਸਤੇ ਆਇਆ, ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੱਕਿਆ, ਕਾਬੇ ਵਾਲੇ ਪਾਸੇ ਨੂੰ ਹੋਏ ਚਰਨ ਤੱਕੇ, ਬੜਾ ਗੁੱਸੇ ਵਿੱਚ ਆਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜੀਵਨ ਮਾਰੀ ਲਾਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਟਾਂਗੋਂ ਪਕੜ ਘਸੀਟਿਆ ਫੇਰਿਆ ਮੱਕਾ ਕਲਾ ਦਿਖਾਰੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੱਤ ਤੋਂ ਪਕੜ ਕੇ ਉਹਨੇ ਦੂਸਰੇ ਪਾਸੇ ਨੂੰ ਕੀਤਾ। ਜਿੱਧਰ ਜਿੱਧਰ ਨੂੰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਬਾਰਕ ਚਰਨ ਕਰੀ ਜਾ ਰਿਹਾ ਸੀ, ਉਸ ਪਾਸੇ ਨੂੰ ਉਹਨੂੰ ਆਪਣਾ ਕਾਬਾ ਜਿਹੜਾ ਸੀ ਉਹ ਨਜ਼ਰ ਆਉਂਦਾ ਪਿਆ ਸੀ। ਬੜਾ ਹੈਰਾਨ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੋਲ ਕਬੋਲ ਬੋਲਦਾ ਗਿਆ। ਆਖਰ ਇੰਨਾ ਚਿਰ ਨੂੰ ਦਿਨ ਚੜ੍ਹ ਜਾਂਦਾ ਏ। ਹੋਰ ਵੀ ਬਹੁਤ ਸਾਰੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਕਾਜ਼ੀ ਤੇ ਮੁੱਲਾ ਲੋਕ ਸਨ, ਉਹ ਦੌੜੇ ਹੋਏ ਆਉਂਦੇ ਐ। ਉਹਨਾਂ ਦੇ ਵਿੱਚ ਰੁਕਨੁਦੀਨ ਕਾਜੀ ਵੀ ਸੀ। ਉਹਨਾਂ ਨੇ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਕੀਤੀ ਹੈ, ਨਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਪੁੱਛੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਹਨ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਰੁਕਨੁਦੀਨ ਕਾਜੀ ਉਤੇ ਸੁਸੂਬੈ ਮਿਲਾਏ, ਮਾਨਤ ਹੈ ਕਿ ਦੂ ਨਹੀਂ ਪਿਕੰਬਰ ਜੀ ਖੁਦਾਈ। ਜਦੋਂ ਰੁਕਨੁਦੀਨ ਕਾਜੀ ਨੇ ਸੁਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ, ਆਇਆ ਸਤਿਗੁਰੂ ਦੇ ਸਾਹਮਣੇ ਆਣ ਕੇ ਸਵਾਲ ਕਰਕੇ ਪੁੱਛਦਾ ਹੈ, ਕਹਿੰਦੇ ਤੁਸੀਂ ਖੁਦਾ ਨੂੰ ਮੰਨਦੇ ਹੋ, ਤੁਸੀਂ ਪੈਗੰਬਰ ਨੂੰ ਮੰਨਦੇ ਹੋ,
ਖੁਦਾ ਦਾ ਭਾਵ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇ ਪੈਗੰਬਰ ਦਾ ਭਾਵ ਹਜ਼ਰਤ ਮੁਹੰਮਦ ਸਾਹਿਬ। ਉਹ ਮੰਨਦੇ ਹੈ ਕਿ ਕੇਵਲ ਤੇ ਕੇਵਲ ਪਰਮਾਤਮਾ ਦਾ, ਖੁਦਾ ਦਾ ਜੇ ਕੋਈ ਅਸਲੀ ਪੈਗੰਬਰ ਹੈ ਨਾ ਤੇ ਉਹ ਹਜ਼ਰਤ ਮੁਹੰਮਦ ਸਾਹਿਬ ਹੈ। ਰੁਕਨੁੱਦੀਨ ਕਾਜੀ ਪੁੱਛਦਾ ਹੈ ਕਿ ਤੁਸੀਂ ਦੱਸੋ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ? ਗੁਰੂ ਨਾਨਕ ਬੈਨ ਪਨੇ ਦਰਬਾਰ ਖੁਦਾਏ ਕੇ ਕੀਤੇ ਅਦਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਾਜ਼ੀ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਤੁਸੀਂ ਖੁਦਾ ਕਹਿੰਦੇ ਹੋ, ਉਹ ਖੁਦਾ ਦੇ ਦਰਬਾਰ ਵਿੱਚ ਕਿੰਨੇ ਪੈਗੰਬਰ ਹੈ ਉਹ ਹੱਥ ਬੰਨ੍ਹ ਕੇ ਖੜੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਈ ਕਾਜ਼ੀ ਮਿਲਿਆ ਸੀ, ਪੀਰ ਮਿਲਿਆ ਸੀ। ਉਹ ਕਾਜ਼ੀ ਤੇ ਪੀਰ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਕਿ ਇੱਕ ਪਰਮਾਤਮਾ ਹੈ ਤੇ ਉਸ ਤੋਂ ਬਾਅਦ ਕੇਵਲ ਤੇ ਕੇਵਲ ਰਸੂਲ ਹਜ਼ਰਤ ਮੁਹੰਮਦ ਸਾਹਿਬ ਹੈ, ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ, ਪੀਰ ਜੀ ਇੱਕ ਖੁਦਾ ਹੈ, ਇੱਕ ਪਰਮਾਤਮਾ, ਇਹ ਤੇ ਠੀਕ ਹੈ, ਪਰ ਕੇਵਲ ਇੱਕੋ ਹੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ, ਇਹ ਠੀਕ ਨਹੀਂ, ਇਹ ਗਲਤ ਹੈ। ਕਹਿੰਦਾ ਕਿਉਂ? ਮਹਾਰਾਜ ਕਹਿੰਦੇ ਕਿਤੇ ਨਬੀ ਰਸੂਲ ਰੱਬ ਦੇ ਦਰ ਤੇ ਹਜ਼ਰਤ ਮੁਹੰਮਦ ਸਾਹਿਬ ਵਰਗੇ ਪੈਗੰਬਰ ਕਿੰਨੇ ਕੋ ਖੜੇ ਹੈ, ਉਹਨਾਂ ਦੀ ਗਿਣਤੀ ਉਹ ਨਹੀਂ ਕੀਤੀ ਜਾ ਸਕਦੀ। ਆਪਾਂ ਅੰਮ੍ਰਿਤ ਵੇਲੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ। ਮਹਾਰਾਜ ਨੇ ਇੱਕ ਪੌੜੀ ਦੇ ਵਿੱਚ ਕੇਤੇ ਬਾਰ-ਬਾਰ ਕੇਤਿਆਂ ਦਾ ਜ਼ਿਕਰ ਕੀਤਾ ਹੈ। ਸੂਰਜ ਕਿੰਨੇ, ਚੰਦਰਮਾ ਕਿੰਨੇ, ਪੈਗੰਬਰ ਕਿੰਨੇ, ਅਵਤਾਰੀ ਪੁਰਸ਼ ਕਿੰਨੇ, ਰਿਸ਼ੀ ਮੁਨੀ ਕਿੰਨੇ, ਉਹਨਾਂ ਦੀ ਗਿਣਤੀਓ ਕੋਈ ਨਹੀਂ। ਮਹਾਰਾਜ ਕਹਿੰਦੇ ਸਾਰਾ ਕੁਝ ਹੀ ਕਿੰਨਾ ਕੁ ਹੈ, ਉਹ ਬਹੁਤ ਪਰਮਾਤਮਾ ਵੱਡਾ ਹੈ, ਬੇਅੰਤ ਉਹਦਾ ਕੋਈ ਪਾਰਾਵਾਰ ਨਹੀਂ ਹੈ। ਇੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਾਜ਼ੀ ਰੱਬ ਦੇ ਦਰ ਦੇ ਉੱਪਰ ਹਜ਼ਰਤ ਮੁਹੰਮਦ ਸਾਹਿਬ ਵਰਗੇ ਪੈਗੰਬਰ ਕਿੰਨੇ ਕੋ ਹੱਥ ਜੋੜ ਕੇ ਖੜੇ ਹੈ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹਾਥ ਸਿਬਾਂ ਦੇ ਖੜੇ ਹੈ ਪੈਗੰਬਰ ਕੀਤੇ ਹੈ ਪੀਰੋ ਸ਼ੇਖ ਸਲਾਰੀ। ਸਤਿਗੁਰੂ ਕਹਿਣ ਲੱਗੇ ਰੱਬ ਦੇ ਦਰ ਦੇ ਉੱਪਰ ਕਿੰਨੇ ਸ਼ੇਖ, ਕਿੰਨੇ ਆਗੂ, ਕਿੰਨੇ ਪੀਰ, ਕਿੰਨੇ ਕੋ ਅਵਤਾਰੀ ਧਰਮੀ ਪੁਰਸ਼ ਜਿਹੜੇ ਹੈ ਉਹ ਰੱਬ ਦੇ ਦਰ ਦੇ ਉੱਪਰ ਹੱਥ ਜੋੜ ਕੇ ਖੜੇ ਹਨ। ਕੀਤੇ ਐ ਸਿਕਦਾਰ ਤਾਂ ਤਿੰਨ ਕੌਣ ਗਨੇ ਗਿਣਤੀ ਤਿੰਨ ਭਾਰੀ। ਸਤਿਗੁਰੂ ਕਹਿਣ ਲੱਗੇ ਵੱਡੇ ਵੱਡੇ ਸਰਦਾਰ ਅਖਵਾਉਣ ਵਾਲੇ ਜਿਹੜੇ ਹੈ ਨਾ, ਉਹ ਵੀ ਰੱਬ ਦੇ ਦਰ ਦੇ ਉੱਪਰ ਇੰਨੇ ਕੋ ਜ਼ਿਆਦੇ ਖੜੇ ਹੈ, ਉਹਨਾਂ ਦੀ ਗਿਣਤੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਜੋ ਹਦੂਰ ਖੁਦਾਏ ਰਹੇ ਤਿੰਨ ਕੋ ਨਾ ਸਕੇ ਕਰ ਕੋ ਹਟਕਾਰੀ। ਸਤਿਗੁਰੂ ਕਹਿਣ ਲੱਗੇ, ਕਾਜ਼ੀ ਜਿਹੜੇ ਖੁਦਾ ਦੀ ਹਜ਼ੂਰੀ 'ਚ ਰਹਿੰਦੇ ਆ, ਜਿਹੜੇ ਰੱਬ ਦੀ ਹਜ਼ੂਰੀ 'ਚ ਰਹਿੰਦੇ ਆ ਨਾ, ਉਹਨਾਂ ਨੂੰ ਫਿਰ ਕੋਈ ਰੋਕ ਨਹੀਂ ਸਕਦਾ। ਭਾਵ ਕਿ ਰੱਬ ਦੇ ਘਰ ਵਿੱਚ ਕਿੰਨੇ ਕੋ ਜ਼ਿਆਦੇ ਅਵਤਾਰ ਤੇ ਪੈਗੰਬਰ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਨੇ ਖੁਦਾਏ ਬਸਾਰਿਓ ਆਵੇ ਤਿਨ ਕੀ ਹੀਤ, ਭਲੇ ਪੰਥ ਦਿਖਰਾਏ ਕੇ ਜਾਵੇ ਆਪਣਾ ਨਕੇਤ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਕਿ ਜਿਨ੍ਹਾਂ ਜੀਵਾਂ ਨੇ ਰੱਬ ਨੂੰ ਵਿਸਾਰਤਾ, ਪਰਮਾਤਮਾ ਨੂੰ ਭੁਲਾਤਾ, ਉਹ ਰੱਬ ਨੂੰ ਭੁਲਾ ਦੇਣ ਵਾਲੇ ਜਿਹੜੇ ਲੋਕ ਹਨ, ਇੱਕ ਪੈਗੰਬਰ, ਇੱਕ ਅਵਤਾਰੀ ਪੁਰਸ਼ ਆਉਂਦਾ ਏ ਤੇ ਇਸ ਭੁੱਲੇ ਹੋਏ ਲੋਕਾਂ ਨੂੰ ਰੱਬ ਦੇ ਨਾਲ ਜੋੜ ਕੇ ਫੇਰ ਦੁਬਾਰਾ ਚਲਿਆ ਜਾਂਦਾ ਏ। ਜਿਹੜਾ ਜੋੜਨ ਵਾਸਤੇ ਆਇਆ ਉਹ ਪਰਮਾਤਮਾ ਦੇ ਦਰ ਦੇ ਉੱਪਰ ਵਾਪਸ ਚਲਿਆ ਗਿਆ, ਉਹਨਾਂ ਦੀ ਗਿਣਤੀ ਜਿਹੜੀ ਕਿੰਨੀ ਕੋਈ ਉਹ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਾਜ਼ੀਓ ਤੁਸੀਂ ਮੂਰਖ ਹੋ ਗਏ ਹੋ, ਮਾੜੀ ਮੱਤ ਵਾਲੇ ਹੋ। ਪੁੱਛਦੇ ਕਿਉਂ? ਮਹਾਰਾਜ ਕਹਿੰਦੇ ਜਿਹੜਾ ਤੁਹਾਡੇ ਪੈਗੰਬਰ ਨੇ, ਤੁਹਾਡੇ ਜਿਹੜਾ ਰਹਿਬਰ ਹੈ, ਜਿਹੜਾ ਉਹਨੇ ਤੁਹਾਨੂੰ ਰਸਤਾ ਦੱਸਿਆ, ਤੁਸੀਂ ਉਸ ਰਸਤੇ ਨੂੰ ਭੁਲਾ ਦਿੱਤਾ ਹੈ। ਤੁਸੀਂ ਆਪਣੇ ਮਨ ਵਿੱਚ ਪੱਖਪਾਤ, ਈਰਖਾ ਵਸਾ ਲਈ ਹੈ। ਤੁਸੀਂ ਆਪਣੇ ਮਨ ਦੇ ਵਿੱਚ ਜਿਹੜਾ ਹੈ ਉਹ ਮੈਂ ਚੰਗਾ, ਦੂਸਰਿਆਂ ਨੂੰ ਮਾੜਾ ਆਖਣ ਵਾਲੀ ਇਹ ਭੈੜੀ ਬਿਰਤੀ ਵਸਾ ਲਈ ਹੈ। ਸਤਿਗੁਰੂ ਕਹਿੰਦੇ ਪੱਖਪਾਤ ਆਪਣੇ ਹਿਰਦੇ 'ਚ ਵਸਾ ਕੇ
ਤੁਸੀਂ ਨਰਕਾਂ ਦੇ ਵਿੱਚ ਹੀ ਜਾਓਗੇ, ਹੋਰ ਤੁਹਾਡੇ ਵਾਸਤੇ ਕੋਈ ਰਸਤਾ ਨਹੀਂ ਹੈ। ਅਬਦੂ ਵੀ ਸਮਝਾਏ ਮੈਂ ਮਾਰਗ ਭਲੇ ਬਤਾਏ, ਜੋ ਨੇ ਮਾਨੋ ਤਾਏ ਕੇ ਪਰੋ ਨਰਕ ਮਹਿ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਾਜ਼ੀਓ ਹੁਣ ਤੁਹਾਨੂੰ ਮੈਂ ਇੱਕ ਨਿਵੇਕਲਾ ਰਸਤਾ ਦੱਸਦਾ ਹਾਂ, ਇੱਕ ਨਵਾਂ ਰਸਤਾ ਦੱਸਦਾ ਹਾਂ। ਜੇ ਤੁਸੀਂ ਮੇਰੇ ਵਾਲੇ ਇਸ ਕਹਿ ਰਸਤੇ ਨੂੰ ਮੰਨ ਲਓਗੇ ਤੁਹਾਡਾ ਭਲਾ ਹੋ ਜਾਏਗਾ, ਜੇ ਤੁਸੀਂ ਨਹੀਂ ਮੰਨੋਗੇ ਤਾਂ ਫਿਰ ਤੁਸੀਂ ਨਰਕਾਂ ਦੇ ਵਿੱਚ ਜਾਵੋਗੇ। ਸੁਣ ਕਰ ਉੱਚੇ ਬਚਨ ਕੇ ਭੂਜਨ ਲਗੇ ਇਮਾਨ, ਹਿੰਦੂ ਵੱਡਾ ਕਿ ਤੁਰਕ ਹੈ ਕਹੀਏ ਆਪ ਬਖਿਆਨ। ਉਹ ਸਾਰੇ ਕਾਜ਼ੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਹੋ ਕੇ ਪੁੱਛਣ ਲੱਗੇ। ਕੀ ਪੁੱਛਦੇ ਐ? ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਵੀ ਲਿਖਦੇ ਐ, ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲਾਂ ਇਕੱਠੇ ਹੋਈ। ਉਹ ਸਾਰੇ ਕਾਜ਼ੀ ਤੇ ਮੁੱਲਾਂ ਲੋਕ ਇਕੱਠੇ ਹੋ ਕੇ ਪੁੱਛਦੇ ਨੇ, ਨਾਨਕ ਜੀ ਇਹ ਦੱਸੋ ਹਿੰਦੂ ਵੱਡਾ ਕਿ ਮੁਸਲਮ ਲੋਈ? ਇਹ ਦੱਸੋ ਕਿ ਹਿੰਦੂ ਚੰਗਾ ਹੈ ਕਿ ਮੁਸਲਮਾਨ ਚੰਗਾ ਹੈ? ਇਹਨਾਂ ਦੋਵਾਂ ਦੇ ਵਿੱਚੋਂ ਵੱਡਾ ਕਿਹੜਾ ਹੈ? ਇੱਥੇ ਵੀ ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ, ਉਹ ਕਾਜ਼ੀ ਤੇ ਮੁੱਲਾ ਲੋਕ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ, ਇਹ ਦੱਸੋ ਕਿ ਇਹਨਾਂ ਧਰਮਾਂ ਦੇ ਵਿੱਚੋਂ ਭਾਵ ਮੁਸਲਮਾਨ ਚੰਗਾ ਹੈ ਕਿ ਹਿੰਦੂ ਚੰਗਾ ਹੈ? ਤੁਸੀਂ ਦੱਸਣਾ ਕਰੋ। ਕਲਾ ਦਿਖਾਈ ਵੱਡੀ ਤੇ ਪੂਰਬ ਕਿਨਹੂ ਨਾ ਕੀਨ, ਚਰਨ ਸੰਕਾਬਾ ਫਿਰਿਓ ਮਹਿਮਾ ਜਾਨੀ ਪੀਨ। ਉਹ ਕਹਿਣ ਲੱਗੇ, ਕਹਿੰਦੇ ਤੁਸੀਂ ਬੜੀ ਵੱਡੀ ਕਲਾ ਵਿਖਾਈ ਹੈ ਸਾਨੂੰ, ਇੰਨੀ ਵੱਡੀ ਕਲਾ ਵੇਖ ਕੇ ਅਸੀਂ ਹੈਰਾਨ ਹੋ ਗਏ ਹਾਂ ਕਿ ਤੁਹਾਡੇ ਚਰਨਾਂ ਦੇ ਪਿੱਛੇ ਕਾਬਾ ਦੌੜਿਆ ਫਿਰਦਾ ਹੋਵੇ। ਇੰਨੀ ਵੱਡੀ ਕਲਾ ਤੁਸੀਂ ਸਾਨੂੰ ਦਿਖਾ ਤੇ ਦਿੱਤੀ ਹੈ, ਪਰ ਤੁਸੀਂ ਸਾਡੇ ਇਸ ਸਵਾਲ ਦਾ ਜਵਾਬ ਦੇਵੋ ਕਿ ਇਹਨਾਂ ਦੋਵਾਂ ਧਰਮਾਂ ਦੇ ਵਿੱਚੋਂ ਕਿਹੜਾ ਧਰਮ ਚੰਗਾ ਹੈ, ਕਿਹੜੇ ਲੋਕ ਚੰਗੇ ਹਨ, ਇਹ ਤੁਸੀਂ ਸਾਨੂੰ ਦੱਸਣਾ ਕਰੋ। ਐਸੇ ਸੁਨ ਬੈਨ ਬੋਲੇ ਗੁਰੂ ਐਨ ਤਬ ਪੰਚ, ਤਤ ਸਾਜੇ ਸਭ ਦੇ ਇੱਕ ਸਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਵਾਬ ਦਿੰਦੇ, ਕਾਜ਼ੀਓ ਤੁਸੀਂ ਪੁੱਛਦੇ ਹੋ ਕਿ ਹਿੰਦੂ ਚੰਗਾ ਕਿ ਮੁਸਲਮਾਨ ਚੰਗਾ? ਮਹਾਰਾਜ ਕਹਿੰਦੇ ਸੁਣੋ ਫਿਰ, ਅਕਾਲ ਪੁਰਖ ਵਾਹਿਗੁਰੂ ਨੇ ਪੰਜ ਤੱਤਾਂ ਦੀ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ, ਸਾਰੇ ਸਰੀਰ ਜਿਹੜੇ ਹਨ ਉਹ ਵੀ ਇੱਕੋ ਜਿਹੇ ਬਣਾਏ ਹਨ। ਨੈਣ ਕਾਨ ਨਾਸਕਾ ਬਦਨ ਕੀਨੇ ਏਕ ਹੂੰ ਸੇ, ਕਿਰਪਾ ਸਮ ਭਈ ਹਾਥ ਪਾਏ ਕੇ ਭਵਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਰਮਾਤਮਾ ਨੇ ਸਾਰਿਆਂ ਦੇ ਚਿਹਰੇ ਇੱਕੋ ਜਿਹੇ ਬਣਾਏ ਐ, ਅੱਖਾਂ ਇੱਕੋ ਜਿਹੀਆਂ ਲੱਗੀਆਂ। ਮਹਾਰਾਜ ਕਹਿੰਦੇ ਪੈਰ ਇੱਕੋ ਜਿਹੇ ਕੰਮ ਕਰਦੇ ਐ, ਹੱਥ ਵੀ ਇੱਕੋ ਜਿਹੇ ਕੰਮ ਕਰਦੇ ਐ। ਸਾਰੇ ਲੋਕ ਕੰਨਾਂ ਦੇ ਰਾਹੀਂ ਸੁਣਦੇ ਐ, ਨੱਕ ਦੇ ਰਾਹੀਂ ਸਾਹ ਲੈਂਦੇ ਐ। ਜਦੋਂ ਸਰੀਰ ਦੇ ਸਾਰੇ ਅੰਗ ਜਿਹੜੇ ਉਹ ਇੱਕੋ ਜਿਹੇ ਕੰਮ ਕਰਦੇ ਹਨ। ਜਿਸਨ ਕੇ ਭੇਸ ਕੀ ਪ੍ਰਭਾਵ ਧਾਰ ਹਿਰਦੇ ਮਾਏ, ਪੱਖ ਬਾਦ ਕਾਢੇ ਕੋ ਝਗਰੇ ਗਵਾਰਹੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਾਜ਼ੀਓ ਅਲੱਗ-ਅਲੱਗ ਦੇਸ਼ ਹੋਣ ਕਰਕੇ, ਵੱਖਰਾ ਵੱਖਰਾ ਦੇਸ਼ ਹੋਣ ਕਰਕੇ, ਵੱਖਰਾ ਵੱਖਰਾ ਪਹਿਰਾਵਾ ਪਾਉਣ ਕਰਕੇ ਮੂਰਖ ਲੋਕ ਪੱਖਪਾਤ ਕਰਨ ਲੱਗ ਜਾਂਦੇ ਐ। ਮੂਰਖ ਲੋਕ ਈਰਖਾ ਕਰਨ ਲੱਗ ਜਾਂਦੇ। ਉਹ ਕਹਿੰਦੇ ਮੈਂ ਚੰਗਾ ਦੂਸਰਾ ਮਾੜਾ, ਮੇਰੇ ਵਾਲਾ ਧਰਮ ਚੰਗਾ ਦੂਸਰੇ ਵਾਲਾ ਧਰਮ ਮਾੜਾ, ਸਾਰੇ ਇਦਾਂ ਕਰਨ ਲੱਗ ਜਾਂਦੇ। ਸਤਿਗੁਰੂ ਕਹਿੰਦੇ ਇਹ ਮੂਰਖ ਲੋਕ ਜਿਹੜੇ ਆਪਣੇ ਮਨ ਵਿੱਚ ਗੰਢਾਂ ਇਹ ਵਾਲੀਆਂ ਬੰਨ੍ਹ ਲੈਂਦੇ ਹਨ। ਨਾਮ ਲਿਵ ਲਾਈ ਜਾਏ ਦਿੱਕ ਵਡਾਈ ਤਾਈ, ਜਾਨ ਕੇ ਸਰੂਪ ਨੇ ਜੀ ਉਧਰੇ ਸੰਸਾਰ ਹੀ। ਸਤਿਗੁਰੂ ਕਹਿਣ ਲੱਗੇ, ਕਾਜ਼ੀਓ ਜਿਹੜੇ ਲੋਕ ਪਰਮਾਤਮਾ ਦੇ ਵਿੱਚ ਲਿਵ ਜੋੜਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ, ਉਹਨਾਂ ਨੂੰ ਸਮਝ ਆ ਜਾਂਦੀ ਹੈ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ, ਸਾਰੇ ਇੱਕੋ ਜਿਹੇ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਹਨ। ਭਲੇ ਅਮਲ ਕੀ ਬਿਨਾ ਜਾਏ ਨਰਕ ਕੋ ਦੇ ਰਹੀਆਂ ਪਰੀ ਜਬ ਲਿਖਾ ਤੈ ਹੋਏ। ਸਤਿਗੁਰੂ ਕਹਿਣ ਲੱਗੇ, ਸੁਣੋ ਫਿਰ ਤੁਸੀਂ ਪੁੱਛਦੇ ਹੋ ਨਾ ਦੋਵਾਂ ਦੇ ਵਿੱਚੋਂ ਕਿਹੜਾ ਚੰਗਾ ਤੇ ਕਿਹੜਾ ਮਾੜਾ। ਮਹਾਰਾਜ ਕਹਿੰਦੇ ਨੇ ਚੰਗੇ ਅਮਲਾਂ ਤੋਂ ਬਿਨਾਂ, ਚੰਗੇ ਕਰਮਾਂ ਤੋਂ ਬਿਨਾਂ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ, ਜੇ ਉਹਨੇ ਚੰਗੇ ਕਰਮ ਨਹੀਂ ਕੀਤੇ ਤੇ ਉਹ ਨਰਕਾਂ ਦੇ ਵਿੱਚ ਪੈਂਦਾ ਏ।
ਭਾਈ ਗੁਰਦਾਸ ਸਾਹਿਬ ਜੀ ਨੇ ਵੀ ਐਸਾ ਹੀ ਜਵਾਬ ਦਿੱਤਾ ਸੀ। ਉਹ ਕਹਿੰਦੇ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਹਿੰਦੇ ਚੰਗੇ ਅਮਲਾਂ ਤੋਂ ਬਿਨਾਂ ਇਹ ਦੋਵੇਂ ਰੋਂਦੇ ਹਨ, ਭਾਵ ਦੋਵੇਂ ਹੀ ਮਾੜੇ ਹਨ। ਜੇ ਕਰਮ ਚੰਗੇ ਕੀਤੇ ਹੈ ਤੇ ਦੋਨੋਂ ਹੀ ਚੰਗੇ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਚੰਗੇ ਕਰਮ ਕਰਨ ਦੇ ਨਾਲ ਪਰਮਾਤਮਾ ਦੇ ਘਰ ਵਿੱਚ ਥਾਂ ਮਿਲਦੀ ਹੈ, ਤੇ ਮਾੜੇ ਕਰਮ ਕਰਨ ਦੇ ਨਾਲ ਪਰਮਾਤਮਾ ਦੇ ਘਰ ਵਿੱਚ ਨਹੀਂ ਬਲਕਿ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ। ਧਨ ਕੁਟੰਬਿ ਅਰ ਕਰਮ ਜੋ ਤੀਨ ਨਰਨ ਕੇ ਮੀਤ, ਜਬ ਲੋ ਘਟ ਮੇ ਪ੍ਰਾਣ ਹੈ ਤਬ ਲੋ ਤਨ ਕੀ ਪ੍ਰੀਤ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਬੰਦਾ ਧਨ, ਪਰਿਵਾਰ ਤੇ ਕਰਮ ਇਹਨਾਂ ਦੇ ਵਿੱਚ ਬੱਝਾ ਹੋਇਆ ਹੈ। ਇਹਨਾਂ ਦੇ ਵਿੱਚ ਬੱਝਾ ਹੋਇਆ ਹੀ ਸਾਹ ਲੈਂਦਾ ਏ, ਇਹਨਾਂ ਦੇ ਵਿੱਚ ਬੱਝਾ ਹੋਇਆ ਵੱਡਾ ਹੁੰਦਾ ਏ। ਇਹਦੇ ਤਿੰਨਾਂ ਚੀਜ਼ਾਂ ਦੇ ਵਿੱਚ ਬੱਝਾ ਹੋਇਆ ਮਨੁੱਖ ਜਿਹੜਾ ਹੈ ਨਾ ਆਪਣੇ ਜੀਵਨ ਨੂੰ ਬਸਰ ਕਰਦਾ ਹੈ। ਚਾਰ ਯੁਗ ਜੋ ਤਰਨਈ ਤਨ ਲੋ ਕੁਟੰਬ ਸਨੇਹ, ਬੌਰ ਨ ਕੋ ਸੰਗ ਹੈ ਸਮਝ ਲਿਓ ਲੇ। ਸਤਿਗੁਰੂ ਕਹਿਣ ਲੱਗੇ ਪਹਿਲਾਂ ਮਨੁੱਖ ਦੀ ਪ੍ਰੀਤ ਧਨ ਦੇ ਨਾਲ ਬੱਝੀ ਰਹਿੰਦੀ ਹੈ। ਸਾਰੀ ਉਮਰ ਮੋਹ ਕਰਦਾ ਹੈ ਮਾਇਆ ਦੇ ਨਾਲ, ਪੈਸੇ ਦੇ ਨਾਲ। ਇੰਨਾ ਮੋਹ ਕਰਦਾ ਹੈ ਬਚਪਨ ਤੋਂ ਲੈ ਕੇ ਬੁਢੇਪੇ ਤੱਕ, ਤੇ ਬੁਢੇਪੇ ਵਿੱਚ ਵੀ ਇਹ ਅੱਖਾਂ ਵੇਖਣੋਂ ਭਾਵੇਂ ਸਾਥ ਛੱਡ ਦੇਣ, ਹੱਥ ਕੰਮ ਕਰਨੋਂ ਭਾਵੇਂ ਸਾਥ ਛੱਡ ਦੇਣ, ਜ਼ੁਬਾਨ ਬੋਲਣੋਂ ਭਾਵੇਂ ਜਿਹੜੀ ਹੈ ਉਹ ਸਾਥ ਨਾ ਦਿੰਦੀ ਹੋਵੇ। ਮਹਾਰਾਜ ਕਹਿੰਦੇ ਨੇ ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਮਹਾਰਾਜ ਕਹਿੰਦੇ ਆ ਤੇ ਸਾਰਾ ਕੁਝ ਥੱਕ ਗਿਆ, ਇਹ ਸਾਰਾ ਕੁਝ ਜਿਹੜਾ ਕੰਮ ਕਰਨੋਂ ਹਟ ਗਿਆ, ਪਰ ਏਕ ਨਾ ਥੱਕ ਸਮਾਇਆ। ਪਰ ਮਨੁੱਖ ਦੇ ਅੰਦਰ ਦੀ ਤ੍ਰਿਸ਼ਨਾ ਤਾਂ ਵੀ ਨਹੀਂ ਮਰਦੀ, ਤਾਂ ਵੀ ਕਹਿੰਦਾ ਕਿ ਮੈਨੂੰ ਹੋਰ ਮਾਇਆ ਚਾਹੀਦੀ ਹੈ। ਪਹਿਲਾ ਬੰਦੇ ਦਾ ਜਿਹੜਾ ਮੋਹ ਹੈ ਉਹ ਧਨ ਦੇ ਵਿੱਚ ਪਿਆ ਹੋਇਆ ਹੈ, ਤੇ ਦੂਜਾ ਧਨ ਤੋਂ ਬਾਅਦ ਹੈ ਪਰਿਵਾਰ ਦਾ ਮੋਹ। ਪਰਿਵਾਰ ਜਿਹੜਾ ਧਨ ਤੋਂ ਬਾਅਦ ਪਰਿਵਾਰ ਦੇ ਬਾਰੇ ਬੰਦਾ ਸੋਚਦਾ ਹੈ, ਉਹਦੇ ਮੋਹ ਵਿੱਚ ਬੱਝਾ ਰਹਿੰਦਾ ਹੈ। ਤੇ ਮਨੁੱਖ ਦਾ ਇਹ ਸਰੀਰ ਜਿਹੜਾ ਨਾ ਵੀ ਰਵੇ ਤੇ ਇਹ ਮੋਹ ਓਨਾ ਚਿਰ ਰਹਿੰਦਾ ਜਿੰਨਾ ਚਿਰ ਮਨੁੱਖ ਦੇ ਅੰਦਰੋਂ ਜਿਹੜੀ ਜੀਵ ਆਤਮਾ ਨਿਕਲ ਜਾਏ। ਇਹ ਸਰੀਰ ਪਿਆ ਹੈ ਜਿੰਨਾ ਚਿਰ ਇਹਨੂੰ ਦਬਾ ਨਹੀਂ ਦਿੰਦੇ ਜਾਂ ਸਾੜ ਨਹੀਂ ਦਿੰਦੇ, ਉਹਨਾਂ ਚਿਰ ਇਹਦਾ ਮੋਹ ਜਿਹੜਾ ਹੈ ਉਹ ਕੰਮ ਕਰਦਾ ਹੈ। ਸਤਿਗੁਰੂ ਕਹਿੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਮਨੁੱਖ ਫਸਿਆ ਹੈ। ਤੇ ਤੀਸਰਾ ਚੀਜ਼ ਕਰਮ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਬਾਰੇ ਜਿਹੜਾ ਹੈ ਉਹ ਦਰਸਾ ਰਹੇ ਹਨ। ਤੀਜੇ ਮਿੱਤਰ ਕਰਮਾਂ ਦੇ ਸੰਗੀ ਸਦ ਹੀ ਜਾਣਾ, ਜਾਂ ਜਾਏ ਫਲ ਦੇ ਤੈ ਜੋ ਨਾ ਹੋਏ ਕਭਾਨ। ਸਤਿਗੁਰੂ ਕਹਿੰਦੇ ਧਨ ਤੇ ਪਰਿਵਾਰ ਤੇ ਆ ਸੰਸਾਰ ਤੱਕ ਸੀਮਤ ਹੈ, ਤੇ ਜਿਹੜਾ ਕਰਮ ਹੈ ਉਹ ਸੰਸਾਰ ਤੋਂ ਬਾਅਦ ਅੱਗੇ ਵੀ ਕੰਮ ਆਉਂਦਾ ਹੈ। ਅੱਗੇ ਵੀ ਹੈ, ਜੇ ਚੰਗਾ ਕਰਮ ਕੀਤਾ ਹੈ ਤੇ ਉਹ ਪਰਮਾਤਮਾ ਦੇ ਨੇੜੇ ਹੁੰਦਾ ਹੈ, ਮਾੜਾ ਕੀਤਾ ਤੇ ਪਰਮਾਤਮਾ ਤੋਂ ਦੂਰ ਚਲਿਆ ਜਾਂਦਾ ਹੈ। ਇਹੀ ਬਚਨ ਸਤਿਗੁਰੂ ਨੇ ਪਵਿੱਤਰ ਗੁਰਬਾਣੀ ਅੰਦਰ ਕਹੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਕਹਿੰਦੇ ਕੋਈ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ, ਕੋਈ ਕਰਮਾਂ ਕਰਕੇ ਪਰਮਾਤਮਾ ਤੋਂ ਦੂਰ ਚਲਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਇਹ ਤੀਸਰਾ ਹੈ ਮਨੁੱਖ ਦਾ ਮਿੱਤਰ ਜੋ ਉਹ ਕਰਮ ਹੈ। ਆਤੇ ਸੰਗ ਸੁਦੀਵ ਜੀ ਕਰੋ ਜੋ ਕਰਮ ਸੁਪ੍ਰੀਤ, ਬਾਦ ਪਖ ਤਜ ਕੇ ਸਰਬ ਲਖੋ ਏਕ ਮਰ ਮੀਤ। ਸਤਿਗੁਰੂ ਕਹਿਣ ਲੱਗੇ ਕਾਜ਼ੀਓ, ਜੇ ਤੁਸੀਂ ਮੇਰੇ ਕੋਲੋਂ ਕੁਝ ਸਿੱਖਿਆ ਲੈਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਇਦਾਂ ਕਰੋ, ਪ੍ਰਭੂ ਦੇ ਨਾਲ ਪ੍ਰੀਤ ਕਰੋ, ਪਰਮਾਤਮਾ ਨਾਲ ਪ੍ਰੀਤ ਕਰੋ। ਜੇ ਪਰਮਾਤਮਾ ਨਾਲ ਪ੍ਰੀਤ ਕਰੋਗੇ ਫਿਰ ਆ ਜਿਹੜੇ ਸਵਾਲ ਤੁਸੀਂ ਮੈਨੂੰ ਪੁੱਛੀ ਜਾਂਦੇ ਹੋ ਨਾ ਕਿ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਮਹਾਰਾਜ ਕਹਿੰਦੇ ਇਹ ਪੱਖਪਾਤ ਤੋਂ ਤੁਸੀਂ ਉੱਪਰ ਉੱਠ ਜਾਓਗੇ। ਫਿਰ ਇਹ ਸਮਝ ਆ ਜਾਏਗੀ ਤੁਹਾਨੂੰ ਇਹ ਸਾਰਾ ਹੀ ਸੰਸਾਰ ਮੇਰਾ ਮਿੱਤਰ ਹੈ, ਇਹ ਸਾਰਾ ਸੰਸਾਰ ਦੇ ਵਿੱਚ ਕੋਈ ਵੀ ਦੁਸ਼ਮਣ ਨਹੀਂ ਹੈ। ਇਹ ਸਾਰਿਆਂ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਦਾ ਰੂਪ, ਪਰਮਾਤਮਾ ਦਾ ਨੂਰ ਨਜ਼ਰ ਆਉਣ ਲੱਗ ਜਾਏਗਾ। ਸਭ ਮੈਂ ਜੋਤ, ਜੋਤ ਹੈ ਸੋਏ, ਕਿ ਸਾਰਿਆਂ ਵਿੱਚ ਪਰਮਾਤਮਾ ਦੀ ਵਸਦੀ ਹੋਈ ਜੋਤ ਹੈ। ਬ੍ਰਹਮ ਜਾਕੇ ਤਨ ਨਿਭਿਓ ਨਿਰਮਲ ਮਨ ਦਾਵੇ, ਬਾਦੋ ਪਖ ਤੂੰ ਕੋ ਰਹਿਤ ਸੰਸਾਰ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਆ ਤੁਹਾਡੇ ਭਰਮ ਭੁਲੇਖੇ ਸਾਰੇ ਦੂਰ ਹੋ ਜਾਣਗੇ, ਮਨ ਬਿਲਕੁਲ ਸਾਫ਼ ਹੋ ਜਾਏਗਾ ਤੇ ਤੁਸੀਂ ਪੱਖਪਾਤ ਤੋਂ ਰਹਿਤ ਹੋ ਜਾਓਗੇ। ਜਦੋਂ ਤੁਹਾਨੂੰ ਸਮਝ ਆ ਜਾਏਗੀ ਕਿ ਸਾਰੀ ਸ੍ਰਿਸ਼ਟੀ ਦੀ ਸਿਰਜਣਾ
ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਹਿੰਦੂ ਕੇ ਤਰਕ ਕੌਣ ਜਾਣਤ ਸਮਾਨ ਜੋਨ, ਬ੍ਰਹਮ ਕੋ ਬਦਾਰ ਉਰ ਦੇਖੇ ਇੱਕ ਸਾਰਹੀ। ਸਤਿਗੁਰੂ ਕਹਿਣ ਲੱਗੇ ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ, ਇਹ ਜਿਹੜਾ ਪੱਖਪਾਤ ਤੁਹਾਡੇ ਅੰਦਰ ਵਸਿਆ ਹੋਇਆ ਹੈ ਨਾ, ਇਹਨੂੰ ਦੂਰ ਕਰਕੇ ਸਾਰਿਆਂ ਨੂੰ ਇੱਕ ਬਰਾਬਰ ਜਾਣ ਲਓ। ਇਸ ਭੁਲੇਖੇ ਨੂੰ ਆਪਣੇ ਅੰਦਰੋਂ ਤੁਸੀਂ ਕੱਢ ਦੇਣਾ ਕਰੋ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਣ ਦਾ ਯਤਨ ਕਰੋ। ਰਾਮ ਸੁਰਹੀਨ ਹੈ ਅਲਾਸ ਕਾਲ ਰੂਪ, ਜਾਨੀਏ ਖੁਦਾਏ ਸੋ ਏਕ ਨਿਰੰਕਾਰ ਹੀ। ਰਾਮ ਤੇ ਰਹੀਮ, ਰਾਮ ਸ਼ਬਦ ਸਨਾਤਨ ਧਰਮ ਵਾਲੇ ਵਰਤਦੇ ਆ, ਰਹੀਮ ਸ਼ਬਦ ਇਸਲਾਮ ਧਰਮ ਵਾਲੇ ਵਰਤਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਰਾਮ ਤੇ ਰਹੀਮ ਹੈ ਇੱਕੋ ਹੀ ਹੈ, ਉਹੀ ਅਕਾਲ ਪੁਰਖ ਵਾਹਿਗੁਰੂ, ਉਹੀ ਖੁਦਾ ਏ। ਉਹਨੂੰ ਤੁਸੀਂ ਵੰਡੀਆਂ ਪਾ ਕੇ ਨਾ ਜਾਣੋ, ਉਹਨੂੰ ਤੁਸੀਂ ਇੱਕ ਕਰਕੇ ਜਾਣੋ। ਜਦੋਂ ਇਸ ਵੰਡੀ ਦੀ ਗੱਲ ਭਾਈ ਗੁਰਦਾਸ ਸਾਹਿਬ ਨੇ ਕੀਤੀ ਤੇ ਉਹਨਾਂ ਨੇ ਵੀ ਕਿਹਾ ਰਾਮ ਰਹੀਮ ਇੱਕ ਨਾਮ, ਦੋਏ ਰਾਹ ਭੁਲਾਣੇ। ਕਹਿੰਦੇ ਲੜਾਈ ਇੰਨੀ ਵੱਧ ਗਈ, ਰੱਬ ਇੱਕ ਉਹਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਲਿਆ। ਸਤਿਗੁਰੂ ਕਹਿੰਦੇ ਤੁਸੀਂ ਰਾਮ ਤੇ ਰਹੀਮ ਨੂੰ, ਅੱਲਾ ਨੂੰ ਇੱਕ ਕਰਕੇ ਜਾਣਨਾ ਕਰੋ, ਇੱਕ ਕਰਕੇ ਸਮਝਣਾ ਕਰੋ। ਮੂੜ ਨਹੀਂ ਪਾਵੇ ਭੇਦ ਬਾਦ ਗੁਰ ਚਵੇ ਨਿਤ, ਪਾਏ ਦੁਖ ਭਾਰੀ ਜਾਏ ਨਰਕ ਮਝਾਰੀ। ਸਤਿਗੁਰੂ ਕਹਿੰਦੇ ਮੂਰਖ ਲੋਕ ਜਿਹੜੇ ਇਸ ਗੱਲ ਨੂੰ ਸਮਝਦੇ ਨਹੀਂ ਤੇ ਫਿਰ ਕੀ ਕਰਦੇ ਐ, ਮੂਰਖ ਜਿਹੜੇ ਐ ਪੱਖਪਾਤ ਦੇ ਵਿੱਚ ਪੈ ਕੇ ਬਹੁਤ ਜ਼ਿਆਦਾ ਦੁੱਖ ਜਿਹੜਾ ਉਹ ਸਹੇੜਦੇ ਨੇ, ਦੁੱਖਾਂ ਦੇ ਵਿੱਚ ਹੀ ਫਿਰ ਪੈ ਰਹਿੰਦੇ ਹਨ। ਐਸੇ ਸੁਨ ਬੈਨ ਗੁਰੂ ਨਾਨਕ ਕਿਨ ਵੇ ਸਭ, ਐਜੇ ਜੋ ਪਚਨਾ ਕੋ ਤਨਖ ਨਿਤ ਜਾਤ ਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਦਾਂ ਬਚਨ ਸੁਣ ਕੇ, ਮਹਾਰਾਜ ਦਾ ਉਪਦੇਸ਼ ਸੁਣ ਕੇ, ਜਿੰਨੇ ਵੀ ਸਤਿਗੁਰੂ ਦੇ ਸਾਹਮਣੇ ਕਾਜ਼ੀ ਤੇ ਮੁੱਲਾ ਲੋਕ ਬੈਠੇ ਹੋਏ ਸਨ, ਜਿਹੜੇ ਸਤਿਗੁਰੂ ਨੂੰ ਸਵਾਲ ਕਰ ਰਹੇ ਸਨ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਕਰ ਰਹੇ ਸਨ, ਉਹ ਸਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਨਿਵ ਜਾਂਦੇ ਹਨ, ਪਾਵ ਨਤਮਸਤਕ ਹੁੰਦੇ ਹਨ। ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਵੀ ਲਿਖਦੇ ਐ, ਹਿੰਦੂ ਮੁਸਲਮਾਨ ਨਵਾਇਆ। ਬਾਬੇ ਨੂੰ ਹਿੰਦੂ ਵੀ ਝੁਕ ਗਿਆ, ਬਾਬੇ ਨੂੰ ਮੁਸਲਮਾਨ ਵੀ ਝੁਕ ਗਿਆ। ਇਦਾਂ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੋਵੇਂ ਝੁਕੇ। ਇੱਥੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਮੱਕੇ ਦੇ ਰਹਿਣ ਵਾਲੇ ਉਹ ਕਾਜ਼ੀ ਤੇ ਮੁੱਲਾ ਲੋਕ ਗੁਰੂ ਨਾਨਕ ਸਾਹਿਬ ਨੂੰ ਝੁਕ ਜਾਂਦੇ ਹਨ। ਭਈ ਮਨ ਦੀਨ ਸੁਖਦਾਈ ਦੇ ਚੀਨ ਪਦ, ਬੰਦਨਾ ਕੀ ਕੀਨ ਜਬ ਦੇਖੀ ਕਰਾਮਾਤ ਹੈ। ਜਿੱਦਾਂ ਕਰਕੇ ਕਮਾਨ ਜਿਹੜਾ ਹੈ ਨਾ, ਤੀਰ ਕਮਾਨ ਨੂੰ ਹੱਥ 'ਚ ਫੜਿਆ ਹੋਵੇ ਤੇ ਜਦੋਂ ਉਹਦੇ ਤੇ ਤੀਰ ਚੜਾ ਕੇ ਪਛਾਂ ਨੂੰ ਖਿੱਚੀਦਾ ਹੈ, ਜਿਉਂ-ਜਿਉਂ ਖਿੱਚੀਏ ਤਿਉਂ-ਤਿਉਂ ਕਮਾਨ ਠਾਂ ਨੂੰ ਝੁਕਦਾ ਹੈ। ਤੇ ਇੱਥੇ ਕਵੀ ਸੰਤੋਖ ਸਿੰਘ ਕਹਿੰਦੇ ਫਿਰ ਇਦਾਂ ਹੀ ਕਮਾਨ ਦੀ ਤਰ੍ਹਾਂ ਉਹਨਾਂ ਸਾਰਿਆਂ ਦੇ ਮਨ ਦਾ ਹੰਕਾਰ ਦੂਰ ਹੋ ਗਿਆ। ਉਹ ਸਾਰੇ ਕਾਜ਼ੀ ਤੇ ਮੁੱਲਾ ਲੋਕ ਸਤਿਗੁਰੂ ਨੂੰ ਝੁਕ ਗਏ ਹਨ। ਅਮਲ ਬਦਨ ਬਿਗ ਸੰਤ ਹਰ ਘਾਤ ਚਿਤ, ਮੋਹ ਕੇ ਨਿਕੰਦ ਦੇਖਾ ਭਾਨ ਪ੍ਰਭਾਤ ਹੈ। ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੇ, ਮਨਾਂ ਦੇ ਸਾਰੇ ਭਰਮ ਜਿਹੜੇ ਸਨ ਦੂਰ ਹੋ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਚਾਰੇ ਪਾਸੇ ਇਦਾਂ ਖਿਲਰ ਜਾਂਦਾ ਹੈ। ਹਿਤ ਲਾਈ ਕੇ ਚਰੀਕ ਜੋ ਲੁਮਾਈ ਉਰ ਜਾਣੇ ਗਤ ਦਾਏਗੇ ਚਰਨ ਜਲਮਾਤ ਹੈ। ਜਿੱਦਾਂ ਫੁੱਲ ਦੇ ਉੱਪਰ ਆਣ ਕੇ ਭਵਰਾ ਬੈਠਦਾ ਏ ਤੇ ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਕਾਜ਼ੀ ਤੇ ਮੁੱਲਾ ਲੋਕ ਭੌਰੇ ਬਣ ਜਾਂਦੇ ਹਨ। ਬੀਤਿਓ ਕੇਤਕ ਕਾਲ ਜਬ ਰਹਤੇ ਤਹਾਂ ਸਥਾਨ, ਪੂਰਨ ਕੀਨੇ ਧਿਆਏ ਅਬ ਕਥਾ ਸੁਭਗ ਸੁਖਦਾਨ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਦੀ ਧਰਤੀ ਤੇ ਕਈ ਦਿਨ ਰਹਿੰਦੇ ਨੇ। ਫਿਰ ਇਦਾਂ ਕਰਕੇ ਮੱਕੇ ਦੀ ਧਰਤੀ ਤੇ ਰਹਿਣ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਗੇ ਨੂੰ ਤੁਰਦੇ। ਇਹ ਅੱਜ ਵਾਲਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਸਨ। ਲੜੀਵਾਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ